ਜਦੋਂ ਕਿਸੇ ਫਰੈਂਡ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਪਿਆਰ ਕਰਦੀਆਂ ਸੀ ਤਾਂ ਮੇਰੀਆਂ ਅੱਖਾਂ ਉਦੋਂ ਭਰ ਆਉਂਦੀਆਂ ਸੀ, ਕਿਉਂਕਿ ਮਾਂ ਤੇ ਕੀ ਮੈਂ ਆਪਣੇ ਫਾਦਰ ਸਾਹਿਬ ਦੇ ਵੀ ਦਰਸ਼ਨ ਨਹੀਂ ਕੀਤੇ ਕਿ ਉਹ ਕਿਸ ਤਰ੍ਹਾਂ ਦੇ ਸੀ। ਉਦੋਂ ਤੁਸੀਂ ਕਿੱਥੇ ਸੀ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਤੁਹਾਡੇ ਮਾਤਾ ਜਿਉਂਦੇ ਨੇ ਤੇ ਇਸ ਪਿੰਡ 'ਚ ਰਹਿੰਦੇ ਨੇ? ਦੇਖੋ, ਇਸ ਚੀਜ਼ ਦਾ ਮੈਨੂੰ ਪਿਛਲੇ 4-5 ਸਾਲਾਂ ਤੋਂ ਇਸ ਚੀਜ਼ ਦਾ ਪਤਾ ਲੱਗਿਆ ਸੀ ਕਿ ਮੇਰੀ ਮੰਮੀ ਦੀ ਡੈਥ ਨਹੀਂ ਹੋਈ, ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ। ਤੁਸੀਂ ਆਸ ਛੱਡਤੀ ਸੀ? ਹਾਂਜੀ, ਆਸ ਛੱਡੀ ਸੀ ਨਹੀਂ ਜੀ, ਮੈਂ ਆਪਣੀ ਆਸ ਤੇ ਛੱਡੀ ਵੀ ਨਹੀਂ ਸੀ। ਤੇ ਜਿਹੜੀ ਮੇਰੀ ਬੇਟੀ ਹੈ ਨਾ, ਮੈਂ ਇਹਦਾ ਨਾਂ, ਉਹ ਆਪਣੀ ਬੇਟੀ ਦਾ ਵੀ ਨਾਮ ਮੈਂ ਸੋਨੂ ਰੱਖਿਆ ਵੀ ਮੇਰਾ ਬੇਟਾ ਮੈਨੂੰ ਭੁੱਲੇ ਨਾ, ਮੈਨੂੰ ਉਹਨੂੰ ਸੋਨੂ ਕਰਕੇ ਮੈਂ ਬੋਲਦੀ ਸਾਂ ਵੀ ਮੈਨੂੰ ਆਪਣਾ ਬੇਟਾ ਯਾਦ ਰਹੇ। ਕਿਉਂਕਿ ਮੈਨੂੰ ਪਹਿਲਾਂ ਤੇ 10ਵੀਂ ਤੱਕ ਮੈਨੂੰ ਇਸ ਚੀਜ਼ ਦੀ ਕੋਈ ਭਣਕ ਨਹੀਂ ਸੀ ਕਿ ਮੇਰੀ ਮਾਂ ਵੀ ਹੈ ਇਸ ਦੁਨੀਆ ਤੇ ਕੋਈ ਹੋਰ। ਤੁਸੀਂ ਸੋਨੂ ਬਾਬਤ ਸੋਚਦੇ ਸੀ ਹਨਾ? ਹਾਂਜੀ, ਤੇ ਮਨ ਅੰਦਰ ਕੀ ਚੱਲਦਾ ਹੁੰਦਾ ਸੀ? ਤੁਹਾਨੂੰ ਪਤਾ ਹੀ ਹੈ, ਫਿਰ ਮਾਵਾਂ ਦਾ ਦਿਲ ਤੇ ਉਬਾਲੇ ਖਾਂਦਾ ਹੀ ਹੈ। ਜੇ ਅੱਜ ਮੈਂ ਕੁਝ ਵੀ ਹੈ ਦੁਨੀਆ ਤੇ ਮੈਂ ਆਪਣੇ ਦਾਦਾ ਦਾਦੀ ਦੀ ਬਦੌਲਤ ਹੀ ਹਾਂ। ਉਹਨਾਂ ਨੇ ਮੈਨੂੰ ਪਾਲਿਆ, ਔਰ ਉਸ ਤੋਂ ਬਾਅਦ ਜਦੋਂ ਦਾਦੀ ਦੀ ਡੈਥ ਹੋਈ ਤੇ ਉਸ ਤੋਂ ਬਾਅਦ ਫਿਰ ਮੈਨੂੰ ਘਰ ਦੇ ਵਿੱਚ ਕੁਝ ਐਲਬਮ ਜਿਹੜੀਆਂ ਉਹ ਮੈਨੂੰ ਮਿਲੀਆਂ, ਪੁਰਾਣੀਆਂ ਤਸਵੀਰਾਂ। ਹਾਂਜੀ, ਤਸਵੀਰਾਂ ਮਿਲੀਆਂ। ਦਾਦਾ ਜੀ ਨੂੰ ਪੁੱਛਿਆ ਕਿ ਐਲਬਮ ਕਿਹਦੀਆਂ ਨੇ। ਰੋ ਕੇ ਮੈਨੂੰ ਗੱਲ ਵੱਕੜੀ 'ਚ ਲੈ ਕੇ ਕਿਹਾ ਕਿ ਇਹ ਤੇਰੇ ਪੇਰੈਂਟਸ ਸੀਗੇ ਜਿਨ੍ਹਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ। ਔਰ ਦਾਦਾ ਜੀ ਨੇ ਉਦੋਂ ਇਹ ਨਹੀਂ ਸੀ ਕਲੀਅਰ ਕੀਤਾ ਕਿ ਤੇਰੀ ਮਾਂ ਜਿਹੜੀ ਇਹ ਦੁਨੀਆ ਤੇ ਹੈ। ਦਾਦਾ ਦਾਦੀ ਹੁਣਾਂ ਨੇ ਗੱਲ ਲੁਕੋਈ। ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ, ਰੋਸ ਨਹੀਂ ਹੋਇਆ ਦਾਦਾ ਜੀ? ਔਰ ਜਦੋਂ ਤੱਕ ਰੋਸ ਹੋਣਾ ਸੀ ਜਾਂ ਮੈਂ ਕਿਸੇ ਨੂੰ ਪੁੱਛਣਾ ਸੀਗਾ, ਜਦੋਂ ਤੱਕ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ, ਉਦੋਂ ਮੇਰੇ ਦਾਦਾ ਦਾਦੀ, ਮੇਰੇ ਤਾਇਆ ਤਾਈ ਇਸ ਦੁਨੀਆ ਤੋਂ ਜਾ ਚੁੱਕੇ ਸੀ। ਪਟਿਆਲੇ ਦੇ ਵਿੱਚ ਮੈਂ ਠਹਿਰਿਆ ਸੀ ਔਰ ਮੇਰੀ ਭੂਆ ਜੀ ਦਾ ਮੈਨੂੰ ਫੋਨ ਜਦੋਂ ਆਇਆ, ਉਹਨਾਂ ਨੇ ਮੈਨੂੰ ਪੁੱਛਿਆ ਕਿ ਬੇਟਾ ਕੀ ਹਾਲ ਆ, ਕਿੱਥੇ ਆ ਤੂੰ? ਤਾਂ ਮੈਂ ਇਹ ਕਿਹਾ ਕਿ ਮੈਂ ਪਟਿਆਲੇ ਦੇ ਵਿੱਚ ਸੇਵਾ 'ਚ ਲੱਗੇ ਆ। ਤਾਂ ਉਦੋਂ ਉਹਨਾਂ ਦੇ ਮੂੰਹ 'ਚੋਂ ਇਹ ਗੱਲ ਨਿਕਲੀ ਕਿ ਹਾਸੇ ਮਜ਼ਾਕ 'ਚ ਉਹਨਾਂ ਨੇ ਕਿਹਾ ਕਿ ਤੇਰੇ ਜਿਹੜੇ ਨਾਨਕੇ ਸੀ ਉਹ ਸ਼ਾਇਦ ਪਟਿਆਲੇ 'ਚ ਹੀ ਸੀ। ਬਜ਼ੁਰਗ ਔਰਤ ਮੇਰੀ ਗੱਡੀ ਦੇ ਅੱਗੋਂ ਦੀ ਲੰਘੇ ਤਾਂ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸ਼ਾਇਦ ਹੋ ਸਕਦਾ ਮੇਰੇ ਨਾਨੀ ਹੋਣ। ਮਤਲਬ ਅੰਦਰੋਂ ਆਵਾਜ਼ ਆਈ, ਬਿਲਕੁਲ ਖੂਨ ਦੇ ਰਿਸ਼ਤੇ ਦੀ। ਆਪਾਂ ਉਹ ਘਰ ਦਾ ਦਰਵਾਜ਼ਾ ਖੜਕਾਇਆ, ਤੁਸੀਂ ਯਕੀਨ ਕਰਕੇ ਜਾਣਿਓ ਉਹੀ ਬਜ਼ੁਰਗ ਔਰਤ ਬਾਹਰ ਨਿਕਲੇ, ਉਹ ਮੇਰੇ ਨਾਨੀ ਜੀ ਹੀ, ਪ੍ਰੀਤਮ ਕੌਰ। ਤਾਂ ਉਦੋਂ ਵੀ ਮੇਰੀਆਂ ਅੱਖਾਂ 'ਚ ਹੰਝੂ ਸੀ, ਪਰ ਮੈਂ ਮਤਲਬ ਮੈਂ ਰੋਣਾ ਚਾਹੁੰਦਾ ਸੀ ਉਹਨਾਂ ਦਾ ਗਲ ਦੇ ਨਾਲ ਲੱਗ ਕੇ, ਪਰ ਮੈਨੂੰ ਅਫਸੋਸ ਉਹਨਾਂ ਦੇ ਨਾਲ ਸਵਾਲ ਪੁੱਛਣੇ ਪੈ ਰਹੇ ਸੀ। ਤੁਹਾਡੀ ਕੋਈ ਬੇਟੀ ਜਿਨ੍ਹਾਂ ਦੀ ਮੈਰਿਜ ਹੋਈ ਹੋ, ਜਿਨ੍ਹਾਂ ਦਾ ਕੋਈ ਬੱਚਾ ਹੋਏ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੋਏ? ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਦਾ ਕੋਈ ਬੱਚਾ ਪਹਿਲਾਂ, ਤਾਂ ਉਹਨਾਂ ਨੇ ਨਾਮ ਲਿਆ ਕਿ ਹਾਂ ਹੈ ਸੀ ਸੋਨੂ। ਤਾਂ ਉਦੋਂ ਮੇਰੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ, ਔਰ ਮੇਰੇ ਅੰਦਰ ਜਿਹੜਾ ਬਲਬਲਾ ਸੀ, ਰੁੱਗ ਸੀ, ਦੁੱਖ ਸੀ, ਉਹ ਯਕਦਮ ਬਾਹਰ ਆਇਆ ਤੇ ਮੈਂ ਉੱਠ ਕੇ ਖੜਾ ਹੋਇਆ ਕਿ ਉਹ ਸੋਨੂ ਤੁਹਾਡੇ ਸਾਹਮਣੇ ਖੜਾ ਆ। ਜਦੋਂ ਸੋਨੂ ਸਾਹਮਣੇ ਆਇਆ, ਫਿਰ ਜਦੋਂ ਕਹਿੰਦੇ ਵੀ ਮੰਮੀ ਨੂੰ ਹਜੇ ਦੱਸਣਾ ਹੈ, ਜਦੋਂ ਅਸੀਂ ਅੰਦਰ ਐਂਟਰੀ ਕਰਾਂਗੇ ਉਦੋਂ ਮੰਮੀ ਨੂੰ ਦੱਸਿਆ। ਫਿਰ ਜਦੋਂ ਅੰਦਰ ਆਏ ਨੇ, ਫਿਰ ਮੈਨੂੰ ਉਦੋਂ ਦੱਸਿਆ ਉਹਨਾਂ ਨੇ ਕਿ ਤੇਰਾ ਸੋਨੂ ਆ ਗਿਆ। ਦੱਸਿਆ, ਮੇਰੇ ਦਿਲ ਦੀ ਬਹੁਤ ਧੜਕਣ ਵੱਧ ਗਈ, ਮੇਰੇ ਲੱਤਾਂ ਕੰਬਣ ਲੱਗ ਗਿਆ ਵੀ ਮੈਨੂੰ ਕੁਝ ਹੋ ਨਾ ਜਾਵੇ, ਵੀ ਇੰਨੇ ਸਾਲਾਂ ਬਾਅਦ ਮੈਂ ਮਿਲਣ ਲੱਗੀ ਆਪਣੇ ਬੱਚੇ ਨੂੰ। ਬਾਹਰ ਤੀਰਥਾਂ ਤੇ ਬਾਹਰ ਲੰਗਰ ਲਾਉਣੇ ਸਾਰੇ ਵਿਅਰਥ ਆ ਜੇ ਸਾਡੇ ਮਾਪਿਓ ਅੰਦਰ ਘਰ ਦੇ ਵਿੱਚ ਦੁਖੀ ਬੈਠੇ ਆ ਕਿਸੇ ਗੱਲ ਤੋਂ। ਸਤਿ ਸ਼੍ਰੀ ਅਕਾਲ, ਤੁਸੀਂ ਦਾਸਤਾਨ ਦੇਖ ਰਹੇ ਹੋ ਤੇ ਮੈਂ ਜਸਪ੍ਰੀਤ ਖਾਨ। ਮਾਂ ਪੁੱਤ ਦਾ ਅਜਿਹਾ ਰਿਸ਼ਤਾ ਜਿਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕੁਝ ਕੁ ਵਿਛੋੜੇ ਪ੍ਰਵਾਸ ਨੇ ਪਾਏ ਨੇ ਤੇ ਕੁਝ ਕੁ ਵਿਛੋੜੇ ਨਿੱਜੀ ਜ਼ਿੰਦਗੀ ਦੇ ਕਾਰਨ ਪਏ ਨੇ। ਪਿਛਲੇ ਦਿਨੀ ਹੜ੍ਹਾਂ ਦਾ ਦੌਰ ਆਇਆ, ਪੰਜਾਬ ਅੰਦਰ ਬਹੁਤ ਨੁਕਸਾਨ ਹੋਇਆ, ਪਰ ਇਸ ਹੜ੍ਹਾਂ ਦੇ ਦੌਰ 'ਚ ਮਾਂ ਪੁੱਤ ਦਾ ਮੇਲ ਹੋਇਆ। ਤੁਸੀਂ ਕਹਾਣੀ ਸੁਣੀ ਹੋਵੇਗੀ, ਜਗਜੀਤ ਸਿੰਘ ਕਾਦੀਆਂ ਤੇ ਮਾਤਾ ਹਰਜੀਤ ਕੌਰ 35 ਸਾਲ ਬਾਅਦ ਮਿਲੇ। ਕੀ ਕਹਾਣੀਆਂ, ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਭਾਈ ਠੀਕ ਹੋ? ਚੜ੍ਹਦੀ ਕਲਾ। ਹਾਂਜੀ ਠੀਕ ਹੋ ਤੁਸੀਂ? ਠੀਕ ਹੈ। ਜਗਜੀਤ ਭਾਈ, ਬਹੁਤ ਪਵਿੱਤਰ ਰਿਸ਼ਤਾ, ਸਾਰੀ ਉਮਰ ਹੀ ਮਾਂ ਦਾ ਸਾਥ ਬੱਚੇ ਨੂੰ ਜ਼ਰੂਰੀ ਹੁੰਦਾ। ਤੁਹਾਡਾ ਬਚਪਨ ਮਾਤਾ ਤੋਂ ਬਿਨਾਂ ਗੁਜ਼ਰਿਆ, ਕਿਵੇਂ ਦਾ ਬਚਪਨ ਸੀ ਤੁਹਾਡਾ ਫਿਰ?
ਦੇਖੋ ਜੀ, ਬਚਪਨ ਮਾਂ ਤੋਂ ਬਿਨਾਂ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਈਫ ਜਿਹੜੀ ਹੈ ਉਹ ਬੜੀ ਸਟਰਗਲ ਵਾਲੀ ਹੁੰਦੀ ਹੈ। ਤੇ ਮੇਰਾ ਵੀ ਬਚਪਨ ਜਦੋਂ ਪਿਤਾ ਜੀ ਦਾ ਸਾਇਆ ਸਿਰ ਤੋਂ ਗਿਆ ਤੇ ਉਸ ਤੋਂ ਬਾਅਦ ਮੇਰੇ ਦਾਦਾ ਦਾਦੀ ਨੇ ਮੈਨੂੰ ਪਾਲਣਾ ਸ਼ੁਰੂ ਕੀਤਾ। ਤੇ ਦਾਦੀ ਨੇ ਮੈਨੂੰ ਕਾਫੀ ਪਿਆਰ ਦਿੱਤਾ 10ਵੀਂ ਤੱਕ ਮਾਂ ਦਾ। ਪਰ ਕਿਤੇ ਨਾ ਕਿਤੇ ਮੇਰੇ ਮਾਈਂਡ ਦੇ ਵਿੱਚ ਇਹ ਆਉਂਦਾ ਰਿਹਾ ਕਿ ਸ਼ਾਇਦ ਮੇਰੀ ਮਾਂ ਜਿਹੜੀ ਹੈ ਉਹ ਕਿਉਂਕਿ ਮੈਨੂੰ ਪਹਿਲਾਂ ਤੇ 10ਵੀਂ ਤੱਕ ਮੈਨੂੰ ਇਸ ਚੀਜ਼ ਦੀ ਕੋਈ ਭਣਕ ਨਹੀਂ ਸੀ ਕਿ ਮੇਰੀ ਮਾਂ ਵੀ ਹੈ ਇਸ ਦੁਨੀਆ ਤੇ ਕੋਈ ਹੋਰ, ਕਿਉਂਕਿ ਮੈਂ ਆਪਣੀ ਦਾਦੀ ਨੂੰ ਹੀ ਮਾਂ ਸਮਝਦਾ ਰਿਹਾ। ਔਰ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਚੱਲਿਆ ਮੇਰੀ ਦਾਦੀ ਜੀ ਦੇ ਜਾਣ ਤੋਂ ਬਾਅਦ ਕਿ ਮੇਰੀ ਮਾਂ ਜਿਹੜੀ ਹੈ ਉਹ ਇਸ ਦੁਨੀਆ ਤੇ ਕਿਤੇ ਹੈ ਜਾਂ ਕਿਸ ਤਰ੍ਹਾਂ ਆ ਕਿੱਥੇ ਆ, ਤਾਂ ਉਸ ਸਮਾਂ ਮੇਰੇ ਵਾਸਤੇ ਕਾਫੀ ਜ਼ਿਆਦਾ ਦੁੱਖ ਭਰਿਆ ਰਹਿੰਦਾ ਸੀ। ਕਿਉਂਕਿ ਕੋਈ ਵੀ ਮੈਂ ਆਪਣੇ ਕਿਸੇ ਫਰੈਂਡ ਨੂੰ ਮਿਲਦਾ ਸੀਗਾ, ਜਦੋਂ ਕਿਸੇ ਫਰੈਂਡ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਪਿਆਰ ਕਰਦੀਆਂ ਸੀ ਤਾਂ ਮੇਰੀਆਂ ਅੱਖਾਂ ਉਦੋਂ ਭਰ ਆਉਂਦੀਆਂ ਸੀ ਕਿ ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਤੇ ਮੈਂ ਉਹਨੂੰ ਹਰ ਇੱਕ ਗੱਲ ਉਹਦੇ ਨਾਲ ਕਰਦਾ, ਆਪਣਾ ਦੁੱਖ ਸੁੱਖ ਸਾਂਝਾ ਕਰਦਾ। ਸੋ ਇਸੇ ਤਰ੍ਹਾਂ ਉਹ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਨਹੀਂ ਹੈ, ਮੈਂ ਅਜੇ ਤੱਕ ਆਪਣੀ ਮਾਂ ਨੂੰ ਦੇਖਿਆ ਨਹੀਂ ਆ, ਤੇ ਮੈਂ ਬਹੁਤ ਰੋਸ ਦੇ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਰਹਿੰਦਾ ਸੀਗਾ ਕਿ ਕਾਸ਼ ਮੇਰੀ ਮਾਂ ਮੇਰੇ ਕੋਲ ਹੁੰਦੀ। ਕਿਉਂਕਿ ਮੈਂ ਮਾਂ ਤੇ ਕੀ, ਮੈਂ ਆਪਣੇ ਫਾਦਰ ਸਾਹਿਬ ਦੇ ਵੀ ਦਰਸ਼ਨ ਨਹੀਂ ਕੀਤੇ ਕਿ ਉਹ ਕਿਸ ਤਰ੍ਹਾਂ ਦੇ ਸੀ। ਉਦੋਂ ਮੈਂ ਤਕਰੀਬਨ ਬਹੁਤ ਛੋਟਾ ਸੀਗਾ, 6-7 ਮਹੀਨਿਆਂ ਦਾ, ਔਰ ਉਦੋਂ ਮੇਰੇ ਫਾਦਰ ਸਾਹਿਬ ਜਿਹੜੇ ਉਹ ਮੈਨੂੰ ਛੱਡ ਕੇ ਗਏ। ਦਾਦਾ ਦਾਦੀ ਵੱਲੋਂ ਕਦੇ ਨਹੀਂ ਦੱਸਿਆ ਗਿਆ ਵੀ ਤੇਰੇ ਮਾਤਾ ਪਿਤਾ ਕੌਣ ਸੀ, ਕਦੋਂ ਉਹਨਾਂ ਦੀ ਗੱਲਬਾਤ ਕਦੇ? ਜੀ ਨਹੀਂ, ਉਹ ਦਾਦਾ ਦਾਦੀ ਜੀ ਨੇ ਜਦੋਂ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਜਦੋਂ ਮੇਰੇ ਨਾਨਕੇ ਔਰ ਦਾਦਕੇ ਪਰਿਵਾਰ ਦੇ ਵਿੱਚ ਆਪਸ 'ਚ ਕੋਈ ਸਮਝੌਤਾ ਹੋਇਆ ਕਿ ਮਾਤਾ ਜੀ ਨੂੰ ਉਹਨਾਂ ਦੇ ਪਰਿਵਾਰ ਫੈਮਿਲੀ ਲੈ ਜਾਂਦੇ ਨੇ ਔਰ ਮੈਂ ਆਪਣੇ ਦਾਦਾ ਦਾਦੀ ਕੋਲ ਰਹਿ ਜਾਂਦਾ। ਔਰ ਮੇਰੇ ਦਾਦਾ ਦਾਦੀ ਨੇ ਮੈਨੂੰ ਪਾਲਿਆ ਕਿਉਂਕਿ ਉਹਨਾਂ ਦੇ ਪੁੱਤ ਦੀ ਇਕੱਲੀ ਮੈਂ ਹੀ ਨਿਸ਼ਾਨੀ ਸੀ। ਤੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਸੀਗਾ, ਕਿਉਂਕਿ ਉਹਨਾਂ ਨੇ ਜੇ ਅੱਜ ਮੈਂ ਕੁਝ ਵੀ ਹੈ ਦੁਨੀਆ ਤੇ ਮੈਂ ਆਪਣੇ ਦਾਦਾ ਦਾਦੀ ਦੀ ਬਦੌਲਤ ਹੀ ਹਾਂ। ਉਹਨਾਂ ਨੇ ਮੈਨੂੰ ਪਾਲਿਆ, ਪਰ ਉਹਨਾਂ ਨੇ ਉਹਨਾਂ ਦੇ ਮਨ ਦੀ ਉਹੀ ਜਾਣਦੇ ਸਨ ਕਿ ਉਹਨਾਂ ਨੇ ਮੇਰੇ ਕੋਲ ਇਹ ਚੀਜ਼ ਜਿਹੜੀ ਹੈ ਕਿਉਂ ਲੁਕਾਈ, ਕਿਉਂਕਿ ਉਹ ਸਿਆਣੇ ਸੀ। ਉਹਨਾਂ ਨੇ ਉਹਨਾਂ ਦੀ ਮਨ ਦੀ ਜਿਹੜੀ ਉਹ ਅਸੀਂ ਨਹੀਂ ਦੱਸ ਸਕਦੇ। ਪਰ ਜਦੋਂ ਮੈਨੂੰ 10ਵੀਂ ਤੱਕ ਜਦੋਂ ਮੈਂ ਪੜ੍ਹਿਆ ਤੇ ਮੈਂ ਆਪਣੇ ਦਾਦਾ ਦਾਦੀ ਨੂੰ ਹੀ ਆਪਣੇ ਪੇਰੈਂਟਸ ਸਮਝਿਆ। ਔਰ ਉਸ ਤੋਂ ਬਾਅਦ ਜਦੋਂ ਦਾਦੀ ਦੀ ਡੈਥ ਹੋਈ ਤੇ ਉਸ ਤੋਂ ਬਾਅਦ ਫਿਰ ਮੈਨੂੰ ਘਰ ਦੇ ਵਿੱਚ ਕੁਝ ਐਲਬਮ ਜਿਹੜੀਆਂ ਉਹ ਮੈਨੂੰ ਮਿਲੀਆਂ, ਪੁਰਾਣੀਆਂ ਤਸਵੀਰਾਂ। ਹਾਂਜੀ, ਤਸਵੀਰਾਂ ਮਿਲੀਆਂ, ਕਿਉਂਕਿ ਮੈਂ ਘਰ ਦੇ ਵਿੱਚ ਫਿਰ ਇਕੱਲਾ ਰਹਿਣਾ, ਸਾਫ਼ ਸਫਾਈ ਕਰਨੀ ਘਰ ਦੀ, ਮੇਨਟੇਨ ਕਰਨਾ ਜਦੋਂ ਸ਼ੁਰੂ ਕੀਤਾ ਤੇ ਉਹ ਐਲਬਮ ਤੇ ਜਦੋਂ ਮੈਨੂੰ ਮਿਲੀਆਂ ਤੇ ਉਹ ਫਿਰ ਮੈਂ ਦਾਦਾ ਜੀ ਨੂੰ ਪੁੱਛਿਆ ਕਿ ਐਲਬਮ ਕਿਹਦੀਆਂ ਨੇ। ਤਾਂ ਉਦੋਂ ਫਿਰ ਦਾਦਾ ਜੀ ਨੇ ਮੈਨੂੰ ਕਲੀਅਰ ਕੀਤਾ ਕਿ ਇਹ ਰੋ ਕੇ ਮੈਨੂੰ ਗੱਲ ਵਕੜੀ 'ਚ ਲੈ ਕੇ ਕਿਹਾ ਕਿ ਇਹ ਤੇਰੇ ਪੇਰੈਂਟਸ ਸੀਗੇ ਜਿਨ੍ਹਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ। ਤਾਂ ਉਦੋਂ ਵੀ ਮੇਰੀ ਲਾਈਫ ਦੇ ਵਿੱਚ ਬੜਾ ਵੱਡਾ ਝਟਕਾ ਸਾਹਮਣੇ ਆਇਆ ਕਿ ਪਹਿਲਾਂ ਮੈਨੂੰ ਪਿਆਰ ਕਰਨ ਵਾਲੀ ਦਾਦੀ ਜਿਹੜੀ ਉਹ ਮੈਨੂੰ ਛੱਡ ਕੇ ਗਈ, ਔਰ ਉਸ ਤੋਂ ਬਾਅਦ ਮੈਨੂੰ ਸਡਨਲੀ ਪਤਾ ਚੱਲਿਆ ਕਿ ਮੇਰੇ ਪੇਰੈਂਟਸ ਵੀ ਸੀ ਔਰ ਉਹਨਾਂ ਦੀ ਡੈਥ ਹੋ ਗਈ, ਮੈਂ ਉਹਨਾਂ ਨੂੰ ਵੇਖ ਨਹੀਂ ਸਕਿਆ। ਔਰ ਦਾਦਾ ਜੀ ਨੇ ਉਦੋਂ ਇਹ ਨਹੀਂ ਸੀ ਕਲੀਅਰ ਕੀਤਾ ਕਿ ਤੇਰੀ ਮਾਂ ਜਿਹੜੀ ਇਹ ਦੁਨੀਆ ਤੇ ਹੈ। ਨਹੀਂ, ਦਾਦਾ ਦਾਦੀ ਹੁਣਾਂ ਨੇ ਗੱਲ ਲੁਕੋਈ। ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਰੋਸ ਨਹੀਂ ਹੋਇਆ ਦਾਦਾ ਜੀ ਉਹਨਾਂ ਤੇ? ਜਦੋਂ ਤੱਕ ਰੋਸ ਹੋਣਾ ਸੀ ਜਾਂ ਮੈਂ ਕਿਸੇ ਨੂੰ ਪੁੱਛਣਾ ਸੀਗਾ, ਜਦੋਂ ਤੱਕ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਉਦੋਂ ਮੇਰੇ ਦਾਦਾ ਦਾਦੀ, ਮੇਰੇ ਤਾਇਆ ਤਾਈ ਇਸ ਦੁਨੀਆ ਤੋਂ ਜਾ ਚੁੱਕੇ ਸੀ। ਤਾਂ ਉਦੋਂ ਮੈਂ ਪਹਿਲਾਂ ਜਦੋਂ ਰੋਸ ਸੀਗਾ, ਕਿਉਂਕਿ ਮੈਂ ਪਹਿਲਾਂ ਪਤਿਤ ਸੀਗਾ, ਮੇਰੇ ਕੇਸ ਕਤਲ ਸੀਗੇ 10ਵੀਂ ਦੇ ਵਿੱਚ, ਔਰ ਜਦੋਂ ਗੁਰੂ ਸਾਹਿਬ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਉਸ ਤੋਂ ਬਾਅਦ ਫਿਰ ਗੁਰਬਾਣੀ ਦਾ ਓਟ ਆਸਰਾ ਲੈ ਕੇ ਸਮਝ ਆ ਗਈ ਸੀ ਕਿ ਰੋਸ ਕਿਸੇ ਨਾਲ ਨਹੀਂ ਹੋ ਸਕਦਾ, ਭਾਣਾ ਸਭ ਗੁਰੂ ਸਾਹਿਬ ਦਾ ਹੈ। ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਉਸ ਤਰ੍ਹਾਂ ਹੀ ਹੋਣਾ ਹੈ, ਤੇ ਜੋ ਕੁਝ ਵੀ ਗੁਰੂ ਸਾਹਿਬ ਕਰਦੇ ਨੇ ਉਹ ਚੰਗੇ ਵਾਸਤੇ ਹੀ ਕਰਦੇ ਆ। ਤੇ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਉਦੋਂ ਫਿਰ ਸਾਰੇ ਇਸ ਦੁਨੀਆ ਤੋਂ ਜਾ ਚੁੱਕੇ ਸੀ। ਮਾਂ ਜੀ, ਤੁਹਾਨੂੰ ਇਸ ਗੱਲ ਦਾ ਪਤਾ ਸੀ ਵੀ ਸੋਨੂੰ ਕਿਹੜੇ ਹਾਲਾਤਾਂ 'ਚ? ਹਾਂਜੀ, ਉਹ ਤਾਂ ਜਦੋਂ ਮੈਂ ਆ ਹੀ ਗਈ ਸੀ ਫਿਰ ਤਾਂ ਪਤਾ ਹੁੰਦਾ ਮਾਂ ਮੰਮੀ ਡੈਡੀ ਤੋਂ ਕਿੱਦਾਂ ਬੱਚਾ ਰਹਿੰਦਾ। ਚਲੋ ਚਿੰਤਾ ਤੇ ਹੁੰਦੀ ਹੀ ਸੀ। ਸੋਨੂੰ ਦੀ ਯਾਦ ਆਉਂਦੀ ਸੀ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਕਦੀ ਭੁੱਲੇ ਹੀ ਨਹੀਂ ਸੀ ਅਸੀਂ ਇਹਨੂੰ। ਵੀ ਇਹੀ ਸੋਚਣਾ ਵੱਡਾ ਹੋ ਗਿਆ ਹੋਏਗਾ ਤੇ ਪਤਾ ਨਹੀਂ ਕੀ ਕੀ ਦਿਮਾਗ 'ਚ ਬੱਚੇ ਦੇ ਭਰੀਆਂ ਹੋਣਗੀਆਂ ਵੀ ਮੈਨੂੰ ਨਹੀਂ ਉਹ ਮਿਲ ਸਕਦਾ। ਇਹੀ ਮੈਂ ਦਿਲ 'ਚ ਸੋਚਦੀ ਸੀ। ਚਲੋ ਮੈਂ ਕਿਹਾ ਕਦੀ ਤੇ ਪਰਮਾਤਮਾ ਮਨ ਮਿਹਰ ਪਾਏਗਾ, ਜੇ ਮੇਰੇ ਕਰਮ ਕਿਸਮਤ 'ਚ ਹੋਏ ਤਾਂ ਮੈਨੂੰ ਮਿਲੇਗਾ। ਚਲੋ ਜੇ ਨਾ ਵੀ ਮਿਲੇਗਾ ਆਪਣੇ ਘਰ ਸੁੱਖ ਸ਼ਾਂਤੀ ਰਹੇ। ਪਰ ਜਦੋਂ ਤੁਸੀਂ ਸੋਨੂੰ ਬਾਬਤ ਸੋਚਦੇ ਸੀ ਹਨਾ, ਹਾਂਜੀ, ਵੀ ਸੋਨੂੰ ਵੱਡਾ ਹੋ ਗਿਆ ਹੋਊਗਾ, ਸੋਨੂੰ ਦੀ ਪੜ੍ਹਾਈ, ਹਾਂਜੀ, ਤੇ ਮਨ ਅੰਦਰ ਕੀ ਚੱਲਦਾ ਹੁੰਦਾ ਸੀ ਉਦੋਂ? ਬਥੇਰੇ ਤੁਹਾਨੂੰ ਪਤਾ ਹੀ ਹੈ ਫਿਰ ਮਾਵਾਂ ਦਾ ਦਿਲ ਤੇ ਉਬਾਲੇ ਖਾਂਦਾ ਹੀ ਹੈ। ਇੱਕ ਮੈਂ ਵੀ ਬਹੁਤ ਮਜਬੂਰ ਸੀ, ਮੈਨੂੰ ਜਾਣੇ ਕਿ ਮੈਂ ਮੰਜੇ ਤੇ ਹੀ ਰਹੀ ਹਾਂ ਕਿੰਨੇ ਸਾਲ, ਬਹੁਤ ਸਾਲ। ਫਿਰ ਇਹਦੀ ਮੈਨੂੰ ਯਾਦ ਆਉਂਦੀ ਸੀ ਵੀ ਇਹ ਬੱਚੇ ਛੋਟੇ ਸੀ, ਵੀ ਅੱਜ ਮੇਰੇ ਕੋਲ ਮੇਰਾ ਬੱਚਾ ਹੁੰਦਾ ਤੇ ਮੈਨੂੰ ਚੱਕ ਥੱਲ ਕਰਦਾ, ਅੱਜ ਮੈਨੂੰ ਦੂਜੇ ਚੱਕਣ ਡੇ ਨੇ। ਸਹਾਰਾ ਹੋਣਾ ਸੀ। ਹਾਂਜੀ, ਸਹਾਰਾ ਹੋਣਾ ਸੀ। ਫਿਰ ਬਹੁਤ ਰੋਣ ਆਉਂਦਾ ਸੀ।
ਮਨ ਖਰਾਬ ਹੁੰਦਾ ਸੀ। ਹਾਂਜੀ ਹਾਂਜੀ। ਹੂੰ ਫਿਰ ਮੈਂ ਆਪਣੇ ਬੀਬੀ ਹਰਾਂ ਨੂੰ ਮੰਮੀ ਹਰਾਂ ਨੂੰ ਵੀ ਕਹਿਣਾ, ਚਲੋ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ। ਫਿਰ ਉਹਨਾਂ ਨਾਲ ਵੀ ਗੱਲ ਕਰਨੀ, ਕਹਿੰਦੇ ਹੁਣ ਤੈਨੂੰ ਕਿੱਥੇ ਮਿਲਣ ਲੱਗਾ, ਹੁਣ ਨਹੀਂ ਮਿਲਦਾ। ਮੈਂ ਕਿਹਾ ਚਲੋ ਜਿੱਥੇ ਵੀ ਹੋਏਗਾ ਰਾਜੀ ਰਹੇ। ਤੁਸੀਂ ਆਸ ਛੱਡਤੀ ਸੀ? ਹਾਂਜੀ ਆਸ ਛੱਡੀ ਸੀ ਨਹੀਂ ਤੁਸੀਂ? ਜੀ, ਮੈਂ ਆਪਣੀ ਆਸ ਤੇ ਛੱਡੀ ਵੀ ਨਹੀਂ ਸੀ। ਤੇ ਜਿਹੜੀ ਮੇਰੀ ਬੇਟੀ ਹੈ ਨਾ, ਮੈਂ ਇਹਦਾ ਨਾਂ, ਉਹ ਆਪਣੀ ਬੇਟੀ ਦਾ ਵੀ ਨਾਮ ਮੈਂ ਸੋਨੂ ਰੱਖਿਆ ਵੀ ਮੇਰਾ ਬੇਟਾ ਮੈਨੂੰ ਭੁੱਲੇ ਨਾ, ਮੈਨੂੰ ਉਹਨੂੰ ਸੋਨੂ ਕਰਕੇ ਮੈਂ ਬੋਲਦੀ ਸਾਂ ਵੀ ਮੈਨੂੰ ਆਪਣਾ ਬੇਟਾ ਯਾਦ ਰਹੇ। ਜਦੋਂ ਤੁਸੀਂ ਆਵਾਜ਼ ਮਾਰਦੇ ਫਿਰ ਸੋਨੂੰ ਯਾਦ ਆਉਂਦਾ? ਹਾਂਜੀ, ਇਹਨੇ ਆ ਕੇ ਪੁੱਛਿਆ ਵੀ ਮੰਮੀ ਇਹਦਾ ਨਾਂ ਸੋਨੂ ਕਿਉਂ ਰੱਖਿਆ? ਮੈਂ ਬੇਟਾ ਮੈਂ ਤੇਰਾ ਨਾਂ ਇਹਦਾ ਰੱਖਿਆ। ਹਾਲਾਤਾਂ ਦੇ ਹਿਸਾਬ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਨਾ। ਪਰ ਸੋਨੂ ਬਈ, ਜੇ ਆਪਾਂ ਗੱਲ ਕਰ ਲਈਏ ਵੀ ਜਦੋਂ ਇਹ ਸਾਰਾ ਕੁਝ ਵਾਪਰਿਆ, ਉਦੋਂ ਤੁਸੀਂ ਕਿੱਥੇ ਸੀ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਤੁਹਾਡੇ ਮਾਤਾ ਜਿਉਂਦੇ ਨੇ ਤੇ ਇਸ ਪਿੰਡ 'ਚ ਰਹਿੰਦੇ ਨੇ? ਦੇਖੋ, ਇਸ ਚੀਜ਼ ਦਾ ਮੈਨੂੰ ਪਿਛਲੇ 4-5 ਸਾਲਾਂ ਤੋਂ ਇਸ ਚੀਜ਼ ਦਾ ਪਤਾ ਲੱਗਿਆ ਸੀ ਕਿ ਮੇਰੀ ਮੰਮੀ ਦੀ ਡੈਥ ਨਹੀਂ ਹੋਈ, ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ। ਔਰ ਮੇਰੇ ਕੁਛ ਰਿਸ਼ਤੇਦਾਰ ਸੀ ਜਿਨ੍ਹਾਂ ਕੋਲੋਂ ਮੈਨੂੰ ਪਤਾ ਲੱਗਿਆ ਕਿ ਸਟੋਰੀ ਜਿਹੜੀ ਕੀ ਬਣੀ ਸੀ ਬਚਪਨ ਦੇ ਵਿੱਚ। ਔਰ ਸਡਨਲੀ ਹੁਣ ਜਦੋਂ ਫਲੱਡ ਆਇਆ ਪੂਰੇ ਪੰਜਾਬ ਦੇ ਵਿੱਚ, ਤੇ ਕਰੋਪੀ ਇੱਕ ਆਈ ਹੋਈ ਸੀ ਪੰਜਾਬ 'ਚ, ਤੇ ਸਾਡੀਆਂ ਖਾਲਸਾ ਏਡ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਰੈਸਕਿਊ ਟੀਮ ਦੇ ਨਾਲ ਮੈਂ ਪਟਿਆਲੇ ਸੀ। ਤਾਂ ਉਦੋਂ ਜਿੱਦਾਂ ਤੁਸੀਂ ਸੁਣਿਆ ਸਾਰਿਆਂ ਨੇ ਕਿ ਉਹ ਪਟਿਆਲੇ ਦੇ ਵਿੱਚ ਮੈਂ ਠਹਿਰਿਆ ਸੀ, ਔਰ ਮੇਰੀ ਭੂਆ ਜੀ ਦਾ ਮੈਨੂੰ ਫੋਨ ਜਦੋਂ ਆਇਆ, ਉਹਨਾਂ ਨੇ ਮੈਨੂੰ ਪੁੱਛਿਆ ਕਿ ਬੇਟਾ ਨੋਰਮਲ ਹੈ? ਉਹਨਾਂ ਨੇ ਗੱਲ ਕੀਤੀ ਕਿ ਬੇਟਾ ਕੀ ਹਾਲ ਆ, ਕਿੱਥੇ ਆ ਤੂੰ? ਤਾਂ ਮੈਂ ਇਹੀ ਕਿਹਾ ਕਿ ਮੈਂ ਪਟਿਆਲੇ ਦੇ ਵਿੱਚ ਆ, ਸੇਵਾ 'ਚ ਲੱਗੇ ਆ। ਤਾਂ ਉਦੋਂ ਉਹਨਾਂ ਦੇ ਮੂੰਹ 'ਚੋਂ ਇਹ ਗੱਲ ਨਿਕਲੀ ਕਿ ਹਾਸੇ ਮਜ਼ਾਕ 'ਚ ਉਹਨਾਂ ਨੇ ਕਿਹਾ ਕਿ ਤੇਰੇ ਜਿਹੜੇ ਨਾਨਕੇ ਸੀ ਉਹ ਸ਼ਾਇਦ ਪਟਿਆਲੇ 'ਚ ਹੀ ਸੀ। ਤਾਂ ਮੈਂ ਉਦੋਂ ਜਿਹੜਾ ਉਹ ਪਾਣੀ ਦੀ ਬੋਟ ਸੀਗੀ ਉਹਦੇ ਵਿੱਚ ਸੀਗਾ, ਮੈਂ ਇੱਕਦਮ ਬੈਠ ਕੇ ਮੈਂ ਇਹ ਸੋਚਿਆ ਕਿ ਮਤਲਬ ਇਹ ਕੀ ਕਿਹਾ ਭੂਆ ਜੀ ਨੇ। ਦੁਬਾਰਾ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ, ਮੈਂ ਦੁਬਾਰਾ ਕੋਸ਼ਿਸ਼ ਕੀਤੀ ਪੁੱਛਣ ਦੀ ਕਿ ਮੈਨੂੰ ਪਲੀਜ਼ ਦੱਸੋ ਤੁਸੀਂ ਕੀ ਕਿਹਾ ਦੁਬਾਰਾ। ਤਾਂ ਉਦੋਂ ਉਹਨਾਂ ਨੂੰ ਪਿੰਡ ਦੇ, ਕਿਉਂਕਿ ਕਾਫੀ ਟਾਈਮ ਹੋ ਚੁੱਕਾ ਸੀਗਾ, ਪਿੰਡ ਉਹਨਾਂ ਨੂੰ ਕਲੀਅਰ ਪੂਰੀ ਤਰ੍ਹਾਂ ਯਾਦ ਨਹੀਂ ਸੀ ਜੀ। ਤਾਂ ਉਹਨਾਂ ਨੇ ਇੱਕ ਦੋ ਪਿੰਡ ਜਿੱਦਾਂ ਮਿਕਸ ਕਰਕੇ ਕੋਈ ਨਾਮ ਲਿਆ, ਬੋਹੜਪੁਰ ਜਾਂ ਬੋਹਦਪੁਰ। ਤਾਂ ਜਿਹੜੇ ਮੇਰੇ ਨਾਲ ਮੇਰੇ ਫਰੈਂਡ ਸੀਗਾ, ਉਹਨਾਂ ਨੂੰ ਉਸ ਪਿੰਡ ਦਾ ਪਤਾ ਸੀਗਾ ਕਿ ਬੋਹੜਪੁਰ ਪਿੰਡ ਕੋਈ ਹੈ, ਜਿੱਥੇ ਆਪਾਂ ਠਹਿਰੇ ਸੀ ਉੱਥੋਂ ਕੋਈ 15-20 ਕਿਲੋਮੀਟਰ ਦਾ ਉਹ ਪਿੰਡ ਸੀਗਾ, ਰਾਜਪੁਰਾ ਰੋਡ ਤੇ ਜੀ। ਤਾਂ ਉਦੋਂ ਫਿਰ ਮੈਂ ਆਪਣੇ ਤਾਇਆ ਜੀ ਨੂੰ ਇੱਕ ਪੁੱਛਿਆ, ਜਿਹੜੇ ਮੇਰੇ ਤਾਇਆ ਜੀ ਸੀ, ਉਹਨਾਂ ਨੂੰ ਵੀ ਸ਼ਾਇਦ ਮੇਰੇ ਮੰਮੀ ਡੈਡੀ ਦੀ ਮੈਰਿਜ ਤੇ ਵੀ ਉਹ ਹਰਿਆਣੇ ਦੇ ਵਿੱਚ ਗਏ ਸੀਗੇ, ਉਹ ਵੀ ਮੇਰੇ ਟੱਚ ਦੇ ਵਿੱਚ 4 ਸਾਲ ਤੋਂ ਸੀਗੇ। ਤਾਂ ਉਹਨਾਂ ਨੂੰ ਮੈਂ ਦੁਬਾਰਾ ਕਾਲ ਕੀਤੀ, ਮੈਂ ਕਿਹਾ ਕਿ ਮੈਂ ਸ਼ਾਇਦ ਮੈਂ ਪਿੰਡ ਜਿਹੜਾ ਉਹ ਲੱਭ ਲਿਆ, ਤਾਂ ਤੁਸੀਂ ਮੈਨੂੰ ਪਲੀਜ਼ ਨਿਸ਼ਾਨੀ ਦੱਸੋ। ਹਾਂ, ਕੋਈ ਨਿਸ਼ਾਨੀ ਦੱਸ ਸਕਦੇ ਹੋ ਜਿਹਦੇ ਨਾਲ ਮੈਂ ਕੋਈ ਘਰ ਲੱਭ ਸਕਾਂ, ਕਿਉਂਕਿ ਬਿਨਾਂ ਨਾਮ ਤੋਂ ਕੁਝ ਨਹੀਂ, ਕੋਈ ਨਾਮ ਦੱਸੋ। ਤਾਂ ਤਾਇਆ ਜੀ ਨੂੰ ਵੀ ਨਾਮ ਕਿਸੇ ਦਾ ਯਾਦ ਨਹੀਂ ਸੀ, ਜਾਂ ਮੇਰੀ ਮੰਮੀ ਦਾ ਨਾਮ ਹੀ ਯਾਦ ਸੀਗਾ, ਕਿਉਂਕਿ ਮੰਮੀ ਦੇ ਨਾਮ ਤੋਂ ਤੇ ਪਿੰਡ 'ਚ ਆਪਾਂ ਲੱਭ ਨਹੀਂ ਸਕਦੇ, ਹੈ ਨਾ। ਤੇ ਉਦੋਂ ਫਿਰ ਉਹਨਾਂ ਨੇ, ਤਾਇਆ ਜੀ ਨੇ ਮੈਨੂੰ ਇੱਕ ਕਲੂ ਦਿੱਤਾ ਕਿ ਜਿਹੜੇ ਤੇਰੇ ਨਾਨਾ ਜੀ ਸੀ ਉਹਨਾਂ ਨੂੰ ਮੈਂ ਦੇਖਿਆ ਸੀ, ਉਦੋਂ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀਗਾ, ਤੇ ਉਹਨਾਂ ਦਾ ਫੇਸ ਇੱਕ ਸਾਈਡ ਨੂੰ ਗਿਆ ਸੀ। ਤਾਂ ਉਹ ਸਾਡੇ ਵਾਸਤੇ ਕਾਫੀ ਇੱਕ ਵੱਡਾ ਕਲੂ ਮੈਨੂੰ ਮਿਲਿਆ। ਔਰ ਜਦੋਂ ਉਸ ਪਿੰਡ ਦੇ ਵਿੱਚ ਆਪਾਂ ਪਹੁੰਚੇ ਤਾਂ ਇੱਕ ਬਜ਼ੁਰਗ ਨੂੰ ਆਪਾਂ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਪਿਛਲੇ 5-7 ਸਾਲਾਂ ਤੋਂ ਜਾਂ ਪ੍ਰੈਜ਼ੈਂਟ ਹੁਣ ਕੋਈ ਇਹੋ ਜਿਹੇ ਬਜ਼ੁਰਗ ਹੋਣ ਜਿਨ੍ਹਾਂ ਨੇ ਪੈਰਾਲਾਈਜ਼ ਹੋਇਆ ਹੋਵੇ ਜੀ, ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਅਜੇ ਹੈ ਉਹ ਜਾਂ ਇਸ ਦੁਨੀਆ ਤੇ ਨਹੀਂ ਜੀ। ਤਾਂ ਫਿਰ ਉਹਨਾਂ ਨੇ ਕੋਈ ਸਾਨੂੰ ਇੰਨਾ ਸਟਰਗਲ ਵੀ ਨਹੀਂ ਕਰਨਾ ਪਿਆ, ਜਿਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਨੂੰ ਆਪ ਹੀ ਬੁਲਾਇਆ ਹੁੰਦਾ ਉੱਧਰ। ਤਾਂ ਉਦੋਂ ਉਹ ਬਜ਼ੁਰਗ ਦੇ ਮੂੰਹ ਚੋਂ ਨਿਕਲਿਆ ਕਿ ਹਾਂ, ਅਜੇ ਮੈਂ ਉਹਨਾਂ ਨੂੰ ਪੁੱਛ ਹੀ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਨਾਨਾ ਜੀ ਦਾ ਨਾਮ ਲਿਆ, ਪ੍ਰੀਤਮ ਸਿੰਘ। ਤਾਂ ਮੈਂ ਬੜਾ ਖੁਸ਼ ਹੋਇਆ, ਆਪਣੇ ਫਰੈਂਡ ਨੂੰ ਦੱਸਿਆ ਕਿ ਸ਼ਾਇਦ ਮੇਰੇ ਨਾਨਾ ਜੀ ਦਾ ਹੀ ਨਾਂ ਲੈ ਰਹੇ ਆ। ਤਾਂ ਫਿਰ ਉਹਨਾਂ ਨੂੰ ਘਰ ਜਦੋਂ ਪਹੁੰਚਿਆ ਤੇ ਘਰ ਦੇ ਬਾਹਰ ਜਦੋਂ ਉਹਨਾਂ ਨੇ ਦੱਸਿਆ ਕਿ ਇੱਕ ਬਜ਼ੁਰਗ ਔਰਤ ਹੀ ਇਕੱਲੇ ਰਹਿੰਦੇ ਆ ਔਰ ਉਹਨਾਂ ਦੇ ਬੱਚੇ ਹੈਗੇ ਇਸ ਤਰ੍ਹਾਂ, ਤਾਂ ਉਹ ਘਰ ਦੇ ਬਾਹਰ ਜੇ ਮੈਂ ਗੱਡੀ ਖੜੀ ਕੀਤੀ ਸੀ, ਆਪਣੇ ਫਰੈਂਡਸ ਨਾਲ ਗੱਲਾਂ ਕਰ ਰਿਹਾ ਕਿ ਔਰ ਇੱਕ ਬਜ਼ੁਰਗ ਔਰਤ ਮੇਰੀ ਗੱਡੀ ਦੇ ਅੱਗੋਂ ਦੀ ਲੰਘੇ। ਤਾਂ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸ਼ਾਇਦ ਹੋ ਸਕਦਾ ਮੇਰੇ ਨਾਨੀ ਹੋਣ, ਮਤਲਬ ਅੰਦਰੋਂ ਆਵਾਜ਼ ਆਈ, ਬਿਲਕੁਲ ਖੂਨ ਦੇ ਰਿਸ਼ਤੇ ਦੀ। ਤਾਂ ਉਸ ਤੋਂ ਬਾਅਦ ਜਦੋਂ ਆਪਾਂ ਉਹ ਘਰ ਦਾ ਦਰਵਾਜ਼ਾ ਖੜਕਾਇਆ, ਤੁਸੀਂ ਯਕੀਨ ਕਰਕੇ ਜਾਣਿਓ ਉਹੀ ਬਜ਼ੁਰਗ ਔਰਤ ਬਾਹਰ ਨਿਕਲੇ, ਉਹ ਮੇਰੇ ਨਾਨੀ ਜੀ ਹੀ, ਪ੍ਰੀਤਮ ਕੌਰ ਉਹਨਾਂ ਦਾ ਨਾਮ ਸੀ। ਅਸੀਂ ਉਹਨਾਂ ਨੂੰ ਮਿਲਿਆ ਤਾਂ ਮਤਲਬ ਮੇਰੇ ਮਨ 'ਚ ਇਹ ਸੀਗਾ ਕਿ ਮੈਂ ਆਪਣੀ ਨਾਨੀ ਨੂੰ ਸਭ ਤੋਂ ਪਹਿਲਾਂ ਜੱਫੀ ਪਾ ਕੇ ਮਿਲਾਂ ਘੁੱਟ ਕੇ, ਪਰ ਮੈਨੂੰ ਕਲੀਅਰ ਪਹਿਲਾਂ ਕਰਨਾ ਪੈਣਾ ਸੀ ਕਿ ਹਾਂ ਮੈਂ ਕੌਣ ਆ, ਕਿੱਥੋਂ ਆਇਆ, ਕਿਉਂਕਿ ਅਨਨੋਨ ਪਰਸਨ ਸੀਗੇ। ਜਦੋਂ ਉਹਨਾਂ ਨੂੰ ਆਪਾਂ ਕਿਹਾ ਕਿ ਆਪਾਂ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨੀ, ਉਹਨਾਂ ਨੇ ਅੰਦਰ ਬਿਠਾਇਆ। ਔਰ ਜਿਸ ਤਰ੍ਹਾਂ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਸੋਚਿਆ ਕਿ ਸ਼ਾਇਦ ਇਹ ਮੇਰੇ ਨਾਨੀ ਆ, ਉਸੇ ਤਰ੍ਹਾਂ ਹੀ ਜਦੋਂ ਉਹ ਪਾਣੀ ਲੈ ਕੇ ਮੇਰੇ ਤੱਕ ਪਹੁੰਚੇ, ਪਾਣੀ ਪਿਆਉਣ ਲੱਗੇ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਬੇਟਾ ਤੈਨੂੰ ਦੇਖਿਆ ਲੱਗਦਾ ਕਿਤੇ। ਤਾਂ ਉਦੋਂ ਵੀ ਮੇਰੀਆਂ ਅੱਖਾਂ 'ਚ ਹੰਝੂ ਸੀ, ਪਰ ਮੈਂ ਮਤਲਬ ਮੈਂ ਰੋਣਾ ਚਾਹੁੰਦਾ ਸੀ ਉਹਨਾਂ ਦਾ ਗੱਲ ਦੇ ਨਾਲ ਲੱਗ ਕੇ, ਪਰ ਮੈਨੂੰ ਅਫਸੋਸ ਉਹਨਾਂ ਦੇ ਨਾਲ ਸਵਾਲ ਪੁੱਛਣੇ ਪੈ ਰਹੇ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਕਿੰਨੇ ਬੱਚੇ ਆ। ਪਹਿਲਾਂ ਤਾਂ ਉਹ ਥੋੜ੍ਹੇ ਘਬਰਾਏ, ਥੋੜ੍ਹਾ ਗੁੱਸੇ 'ਚ ਵੀ ਆਏ ਕਿ ਮਤਲਬ ਤੁਸੀਂ ਅਨਨੋਨ ਪਰਸਨ ਇੱਦਾਂ ਕੌਣ ਆ ਜੋ ਪੁੱਛਗਿੱਛ ਕਰ ਰਹੇ ਹੋ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ ਮੇਰੀਆਂ 4 ਬੇਟੀਆਂ ਆ ਔਰ 1 ਬੇਟਾ ਆ। ਤਾਂ ਫਿਰ ਉਹਨਾਂ ਨੂੰ ਮੈਂ ਇਹ ਸਵਾਲ ਕੀਤਾ ਕਿ ਸ਼ਾਇਦ ਤੁਹਾਡੀ ਕੋਈ
ਬੇਟੀ ਜਿਨ੍ਹਾਂ ਦੀ ਮੈਰਿਜ ਹੋਈ ਹੋ, ਜਿਨ੍ਹਾਂ ਦਾ ਕੋਈ ਬੱਚਾ ਹੋਏ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੋਏ, ਤਾਂ ਉਹਨਾਂ ਨੇ ਥੋੜੀ ਦੇਰ ਹਿਚਕਚਾ ਕੇ ਫਿਰ ਮੈਨੂੰ ਦੱਸਿਆ ਕਿ ਹਾਂ ਇੱਕ ਬੇਟੀ ਸੀ ਮੇਰੀ। ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਦਾ ਕੋਈ ਬੱਚਾ ਪਹਿਲਾਂ, ਤਾਂ ਉਹਨਾਂ ਨੇ ਨਾਮ ਲਿਆ ਕਿ ਹਾਂ ਹੈ ਸੀ ਸੋਨੂ। ਤਾਂ ਉਦੋਂ ਮੇਰੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ, ਔਰ ਮੇਰੇ ਅੰਦਰ ਜਿਹੜਾ ਬਲਬਲਾ ਸੀ, ਰੁੱਗ ਸੀ, ਦੁੱਖ ਸੀ, ਉਹ ਯਕਦਮ ਬਾਹਰ ਆਇਆ ਤੇ ਮੈਂ ਉੱਠ ਕੇ ਖੜਾ ਹੋਇਆ ਕਿ ਉਹ ਸੋਨੂ ਤੁਹਾਡੇ ਸਾਹਮਣੇ ਖੜਾ ਆ। ਤੇ ਆਪਣੀ ਨਾਨੀ ਨੂੰ ਜਦੋਂ ਮੈਂ ਮਿਲਿਆ ਤਾਂ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਮੰਮੀ ਨਾਲ ਮਿਲਾਪ ਦਾ ਜਿਹੜਾ ਸੀਨ ਦੇਖਿਆ, ਸੇਮ ਉਸੇ ਤਰ੍ਹਾਂ ਦਾ ਹੀ ਮੈਂ ਨਾਨੀ ਨੂੰ ਜਦੋਂ ਮਿਲਿਆ ਤੇ ਉਹ ਮਤਲਬ ਪਹਿਲੀ ਵਾਰ ਹਾਂ ਜਦੋਂ ਨਾਨੀ ਵੀ ਮੈਨੂੰ ਵੇਖ ਕੇ ਜਿਹੜਾ ਉਹ ਮਤਲਬ ਇੱਕਦਮ ਉਹ ਬਿਆਨ ਨਹੀਂ ਕਰ ਸਕਦੇ ਕਿ ਉਹ ਸੀਨ ਕੀ ਸੀਗਾ। ਮਾਤਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸੋਨੂ ਘਰੇ ਆਇਆ ਹੋਇਆ, ਉਹ ਕਿਵੇਂ ਦਾ ਤੁਸੀਂ ਮਹਿਸੂਸ ਕੀਤਾ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਸੋਨੂ ਆ ਰਿਹਾ ਮੇਰੇ ਕੋਲ? ਇਹਨਾਂ ਨੂੰ ਦੱਸਿਆ ਨਹੀਂ ਸੀਗਾ। ਜਿੱਦਣ ਇਹ ਨਾਨੀ ਕੋਲ ਸੀ ਆਪਣੀ ਕੋਲ, ਮੇਰੀ ਬੇਟੀ ਆਈ ਹੋਈ ਸੀ ਤੇ ਮੇਰੇ ਇੱਕਦਮ ਮੇਰੇ ਨਾ ਮਨ ਨੂੰ ਕੁਛ ਕਾਹਲੀ ਜਿਹੀ ਪੈ ਰਹੀ ਸੀ। ਬੈਠੀ ਬੈਠੀ ਸੋਚ ਕੇ ਮੈਂ ਕਹਿ ਰਹੀ, ਮੈਂ ਕਿਹਾ ਮੈਨੂੰ ਅੱਜ ਰੱਜੂ ਆਪਣਾ ਸੋਨੂ ਯਾਦ ਆ ਰਿਹਾ। ਕਹਿੰਦੀ ਮੰਮੀ ਇੰਨੇ ਚਿਰ ਦਾ ਤੈਨੂੰ, ਕਿੰਨੇ ਚਿਰ ਦਾ ਵਿਛੜਿਆ ਤੈਨੂੰ ਅੱਜ ਕਾਹਦੇ ਜਾਣ ਡਈ? ਮੈਂ ਕਿਹਾ ਮੈਨੂੰ ਯਾਦ ਆਣ ਡਈ ਹੈ। ਫਿਰ ਮੈਂ ਕਿਹਾ ਚਲੋ ਜਿੱਥੇ ਹੋਏਗਾ ਰਾਜੀ ਰਹੇ, ਵੱਡਾ ਹੋ ਗਿਆ ਨਾ, ਵਿਆਹ ਵੀ ਗਿਆ ਹੋਏਗਾ। ਮਨ ਵਿੱਚ ਇਹੀ ਖਿਆਲ ਕਰਨ ਡਈ ਆ। ਮੈਨੂੰ ਨਹੀਂ ਸੀ ਪਤਾ ਵੀ ਇਹ ਨਾਨੀ ਕੋਲ ਸੀ ਉਦੋਂ। ਤੁਹਾਡੇ ਅੰਦਰ ਉਹ ਚੀਜ਼ਾਂ ਉਵੇਂ ਚੱਲ ਰਹੀਆਂ ਸੀਗੀਆਂ ਹਨਾ, ਅੰਦਰਾਂ ਦੀ ਖਿੱਚ ਜਿਵੇਂ ਉਵੇਂ ਸ਼ੁਰੂ ਹੋ ਗਈ ਸੀ ਹਨਾ। ਸੱਚਾਈ ਨਾਲੇ ਕੋਈ ਝੂਠ ਵਾਲੀ ਗੱਲ ਨਹੀਂ। ਫਿਰ ਇਹਨੇ ਉੱਥੇ ਜਾ ਕੇ ਫੋਨ ਵੀ ਨਾਨੀ ਕੋਲ ਫੋਨ ਕੀਤਾ। ਨਾਨੀ ਜੀ ਨੇ ਕੋਸ਼ਿਸ਼ ਕੀਤੀ ਕਿ ਮੈਂ ਤੇਰੀ ਮੰਮੀ ਨਾਲ ਗੱਲ ਕਰਾਉਣੀ ਆ ਹੁਣੇ, ਬਟ ਮੈਂ ਉਹ ਕੰਡੀਸ਼ਨ 'ਚ ਨਹੀਂ ਹੈ ਕਿ ਮੈਂ ਮਤਲਬ ਮੰਮਾ ਨੂੰ, ਮੈਨੂੰ ਇਹ ਸੀਗਾ ਕਿ ਮੈਂ ਮੰਮੀ ਨੂੰ ਫੋਨ ਤੇ ਗੱਲ ਨਹੀਂ ਕਰਨੀ, ਮੈਂ ਡਾਇਰੈਕਟ ਹੀ ਸਾਹਮਣੇ ਮੇਰੀ ਆਵਾਜ਼ ਆਣ ਡਈ ਸੀ। ਮੈਂ ਨਾ ਮੰਮੀ ਮੇਰੇ ਫੋਨ ਲਾਈ ਗਏ। ਮੈਂ ਕਿਹਾ ਚਲੋ ਗੁੱਡੀਆਂ ਨੂੰ ਭੇਜ ਕੇ ਨਾ ਮੈਂ ਬਾਅਦ ਚ ਪਾਠ ਫੂਟ ਕਰਕੇ ਫਿਰ ਫੋਨ ਲਾਵਾਂਗੀ। ਚਲੋ ਮੈਂ ਪਾਠ ਤੇ ਬੈਠੀ ਹਾਂ, ਮੰਮੀ ਦਾ ਨਾਲੇ ਫੋਨ ਆ ਗਿਆ। ਮੈਂ ਕਿਹਾ ਚੱਕਾ ਪਤੀ ਇੰਨੇ ਕਿੰਨੀ ਵਾਰੀ ਕਾਲ ਕੀਤੀ ਹੈ, ਵੇਖਾਂ ਕੀ ਕਹਿੰਦੀ ਹੈ। ਇਹ ਰੋ ਰਿਹਾ ਸੀ। ਉਹ ਮੰਮੀ ਕਹਿੰਦੀ ਵੀ ਗੱਲ ਕਰ ਲੈ ਤੂੰ। ਮੈਨੂੰ ਇਹ ਸੀ ਮੇਰੇ ਚਾਚਾ ਜੀ ਦਾ ਬੇਟਾ ਨਾ ਥੋੜਾ ਜਿਹਾ ਦਾਰੂ ਦੂਰੂ ਪੀਂਦਾ, ਵੀ ਉਹ ਮੈਨੂੰ ਕਰਦਾ ਵੀ ਚੱਲ ਮੇਰੀ ਦੀਦੀ ਵੀ ਦੁਖੀ ਹੈ, ਮੇਰੇ ਨਾਲ ਦੁੱਖ ਫੋੜ ਲੈਂਦਾ ਸੀ। ਮੈਂ ਕਿਹਾ ਹੋਰ ਹੋ ਰਿਹਾ। ਫਿਰ ਬੀਬੀ ਨੇ ਫੋਨ ਕੱਟਤਾ। ਫਿਰ ਮੈਨੂੰ ਨਹੀਂ ਸੀ ਪਤਾ। ਫਿਰ ਇਹਨੇ ਬਾਅਦ ਚ 2 ਦਿਨ ਖਰੇ ਬਾਅਦ ਆਇਆ ਕਿ ਤੀਜੇ ਦਿਨ ਜਦੋਂ ਸੋਨੂੰ ਸਾਹਮਣੇ ਆਇਆ ਫਿਰ ਤਾਂ ਮੈਨੂੰ ਹਜੇ ਫਿਰ ਵੀ ਨਹੀਂ ਸੀ ਇਹਨਾਂ ਮੈਨੂੰ ਦੱਸਿਆ। ਇਹ ਕਹਿੰਦਾ ਵੀ ਬਹਾਨੇ ਨਾਲ ਮੰਮੀ ਨੂੰ ਬੁਲਾ ਲਓ। ਮੇਰੀ ਮੰਮੀ ਰੋਣ ਡਈ, ਮੈਨੂੰ ਕਹਿੰਦੀ ਵੀ ਤੂੰ ਆ ਜਾ। ਮੈਂ ਕਿਹਾ ਵੀ ਕਿਉਂ? ਮੈਂ ਤੇ ਹੁਣ ਤੇ ਜਾ ਕੇ ਐਵੇਂ, ਤੁਹਾਨੂੰ ਕੀ ਗੱਲ ਏ? ਕਹਿੰਦੀ ਨਹੀਂ ਮੇਰਾ ਦਿਲ ਨਹੀਂ ਲੱਗਣ ਡਿਆ, ਤੂੰ ਮੇਰੇ ਕੋਲ ਆ ਜਾ। ਚਲੋ ਮੈਂ ਆਪਣੇ ਨੂਰ ਨੂੰ ਲਿਆ, ਬੇਟੇ ਨੂੰ, ਫਿਰ ਮੈਂ ਗਈ। ਚਲੋ ਇਹ ਕੋਈ ਪ੍ਰੋਗਰਾਮ ਕਰਨ ਦੇ। ਮੈਂ ਕਿਹਾ ਵੀ ਤੁਸੀਂ ਕੀ ਕਰਦੇ ਹੋ? ਕਹਿੰਦੇ ਵੀ ਕੋਈ ਚੀਜ਼, ਕੋਈ ਕਿਸੇ ਦਾ ਜਨਮ ਦਿਨ ਮਨਾਉਣਾ ਵੀ ਉਹਨਾਂ ਆਉਣਾ। ਚਲੋ ਮੈਨੂੰ ਤੇ ਇਹੀ ਪਹਿਲਾਂ ਖਿਆਲ ਰੱਖੀ। ਇਹਨੂੰ ਸਾਈਡ ਤੇ ਇੱਕ ਫੋਨ ਕਰਦੇ ਪਏ ਸੀ, ਤੇਰੀ ਮੰਮੀ ਨੂੰ ਸ਼ੱਕ ਜਿਹਾ ਹੋਣ ਡਿਆ, ਵੀ ਪੁੱਛਦੀ ਬਾਰ-ਬਾਰ ਵੀ ਕਿਹੜੀ ਗੱਲ ਤੁਸੀਂ ਪ੍ਰੋਗਰਾਮ ਕਰਦੇ, ਮੈਨੂੰ ਦੱਸੋ ਤਾਂ ਸਹੀ। ਤੁਹਾਨੂੰ ਮਹਿਸੂਸ ਹੋ ਰਿਹਾ ਸੀ ਸਾਰਾ ਕੁਝ? ਮੈਨੂੰ ਇਦਾਂ ਨਹੀਂ ਸੀ ਪਤਾ ਹੈਗਾ ਵੀ ਇਹ ਆ ਰਿਹਾ ਨਾ। ਫਿਰ ਇਹ ਜਦੋਂ ਕਹਿੰਦੇ ਵੀ ਮੰਮੀ ਨੂੰ ਹਜੇ ਦੱਸਣਾ ਹੈ, ਜਦੋਂ ਅਸੀਂ ਅੰਦਰ ਐਂਟਰੀ ਕਰਾਂਗੇ ਉਦੋਂ ਮੰਮੀ ਨੂੰ ਦੱਸਿਓ। ਫਿਰ ਇਹ ਜਦੋਂ ਅੰਦਰ ਆਏ ਨੇ ਫਿਰ ਮੈਨੂੰ ਉਦੋਂ ਦੱਸਿਆ ਇਹਨਾਂ ਨੇ ਵੀ ਤੇਰਾ ਸੋਨੂ ਆ ਰਿਹਾ। ਉਹ ਮਨਾ ਅਸੀਂ ਤਾਂ ਕਰਕੇ ਕੀਤਾ ਸੀ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਮੰਮੀ ਦੀ ਜਿਹੜੀ ਆ ਸਿਹਤ ਜਿਹੜੀ ਆ ਉਹ ਇੰਨੀ ਵਧੀਆ ਨਹੀਂ ਆ। ਤੇ ਉਦੋਂ ਅਸੀਂ ਸੋਚਿਆ ਕਿ ਜੇ ਯਕਦਮ ਆਪਾਂ ਕਿਸੇ ਅੱਗੇ ਸਾਹਮਣੇ ਆਉਂਦੇ ਆ ਤੇ ਹੋ ਸਕਦਾ ਹੈ ਨਾ ਕੁਝ ਇਸ ਤਰ੍ਹਾਂ ਦਾ ਉਹ ਮਨ ਨੂੰ ਲਾ ਲੈਣ ਕਿ ਜਾਂ ਕੁਝ ਪ੍ਰੋਬਲਮ। ਦੱਸਿਆ ਮੇਰੇ ਦਿਲ ਦੀ ਬਹੁਤ ਧੜਕਣ ਵੱਧ ਗਈ, ਮੇਰੇ ਲੱਤਾਂ ਕੰਬਣ ਲੱਗ ਗਿਆ ਵੀ ਮੈਨੂੰ ਕੁਝ ਹੋ ਨਾ ਜਾਵੇ, ਵੀ ਇੰਨੇ ਸਾਲਾਂ ਬਾਅਦ ਮੈਂ ਮਿਲਣ ਲੱਗੀ ਆਪਣੇ ਬੱਚੇ ਨੂੰ। ਫਿਰ ਤਾਂ ਤੁਸੀਂ ਦੇਖਿਆ ਹੀ ਹੈ। ਚਲੋ ਮੈਂ ਤਾਂ ਕਹਿੰਦੀ ਹਾਂ ਪਰਮਾਤਮਾ, ਚਲੋ ਮੈਨੂੰ ਇਹ ਵੀ ਮੈਂ ਸ਼ੁਕਰ ਕਰਨੀ ਆ ਪਰਮਾਤਮਾ ਦੇ ਜਿਹੜਾ ਮੇਰਾ ਬੱਚੇ ਮਿਲ ਗਏ ਨੇ ਮੈਨੂੰ। ਹੋਰ ਇਸ ਤੋਂ ਉੱਤੇ ਆਪਾਂ ਕੀ ਮੰਗਣੇ ਆ। ਅਸੀਂ ਇਹੀ ਜਿਉਂਦੇ ਰਹਿਣ, ਪਰਮਾਤਮਾ ਵੱਡੀ ਉਮਰ ਕਰੇ ਇਹਨਾਂ ਦੀ ਦਾਤਾ। ਜਦੋਂ ਮੇਲ ਪਰਮਾਤਮਾ ਨੇ ਕਰਾਣੇ ਸੀ ਉਦੋਂ ਹੀ ਕਰਾਣੇ ਸੀ। ਬਿਲਕੁਲ। ਹਾਂਜੀ। ਸੋਨੂੰ ਤਾਂ ਵਿਆਹਿਆ ਗਿਆ ਹੋਣਾ ਤੇ ਤੁਸੀਂ ਵੀ ਹੋਣਾ ਹਨਾ। ਹਾਂਜੀ ਹਾਂਜੀ। ਇਸ ਪਰਿਵਾਰ ਦੇ ਨਾਲ ਉਵੇਂ ਹੀ ਫੇਰ ਜੁੜ ਗਏ ਆ। ਹਾਂਜੀ। ਚਲੋ ਸਾਡੀ ਕਿਸਮਤ ਹੀ ਇਦਾਂ ਸੀ ਜੀ, ਕਿਸੇ ਦਾ ਕੁਝ ਦੋਸ਼ ਨਹੀਂ, ਦੋਸ਼ ਕਿਸੇ ਦਾ ਨਹੀਂ ਹੈ। ਬਈ ਜਦੋਂ ਮਾਤਾ ਹੁਣਾਂ ਨਾਲ ਮਿਲਾਪ ਹੋ ਗਿਆ ਹਨਾ, ਤੇ ਉਸ ਤੋਂ ਬਾਅਦ ਤੁਹਾਨੂੰ ਬਹੁਤ ਕਾਲਸ ਆਉਣ ਲੱਗ ਗਈਆਂ ਵੀ ਮੇਰਾ ਵੀ ਪੁੱਤ ਬਹੁਤ ਚਿਰ ਤੋਂ ਵਿਛੜਿਆ। ਉਹ ਅਨੁਭਵ ਕਿਵੇਂ ਦਾ ਰਿਹਾ? ਦੇਖੋ ਇਸ ਤੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੰਨਾ ਸ਼ੁਕਰਾਨਾ ਕਰਦਾ ਨਹੀਂ ਥੱਕਦਾ ਕਿ ਜਿੱਥੇ ਮੈਂ 35 ਸਾਲ ਤੱਕ ਇੱਕ ਮਾਂ ਦੀ ਭਾਲ ਦੇ ਵਿੱਚ ਸੀ, ਉਹਨਾਂ ਦੀ ਮਾਂ ਇੱਕ ਮਾਂ ਦੀ ਜਿਹੜੇ ਪਿਆਰ ਦਾ ਭੁੱਖਾ ਰਿਹਾ ਮੈਂ ਸਾਰੀ ਉਮਰ। ਔਰ ਉੱਥੇ ਜਿੱਥੇ ਮੈਨੂੰ ਅੱਜ ਮੇਰੀ ਮਾਂ ਜਿਹੜੀ ਆ ਜਿਹਨੇ ਮੈਨੂੰ ਇਹ ਦੁਨੀਆ ਦਿਖਾਈ ਆ, ਗੁਰੂ ਰਾਮਦਾਸ ਮਹਾਰਾਜ ਜੀ ਨੇ ਮੇਰਾ ਮੇਲ ਕਰਵਾਇਆ ਉਹਨਾਂ ਦੇ ਨਾਲ, ਉੱਥੇ ਹੀ ਦੁਨੀਆ ਦੀਆਂ ਮੈਂ ਦੱਸ ਨਹੀਂ ਸਕਦਾ ਕਿ ਕਿੰਨੀਆਂ ਮਾਵਾਂ ਦਾ ਪਿਆਰ ਮੈਨੂੰ ਹੋਰ ਮਿਲਿਆ।
ਜਿਨ੍ਹਾਂ ਦੇ ਆਪਣੇ ਪੁੱਤ ਜਿਹੜੇ ਆ, ਇੱਕ ਕੱਲ ਹੀ ਰੀਸੈਂਟ ਅਜੇ ਮਾਤਾ ਜੀ ਇੱਕ ਘਰ ਆਏ ਸੀਗੇ, ਇੱਕ ਦਿੱਲੀ ਤੋਂ ਮਾਤਾ ਹੁਣੀ ਸਪੈਸ਼ਲ ਘਰੇ ਮਿਲਣ ਵਾਸਤੇ ਆਏ। ਉਹਨਾਂ ਨੇ ਕਿਹਾ ਕਿ ਮੇਰੇ 3 ਪੁੱਤ ਆ ਔਰ ਤਿੰਨੇ ਪੁੱਤ ਗੁਰਸਿੱਖ ਆ, ਬੜੇ ਵਧੀਆ, ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਪਰ ਮੇਰਾ ਦਿਲ ਕਰਦਾ ਕਿ ਮੈਂ ਜਗਜੀਤ ਨੂੰ ਮਿਲਣਾ ਇੱਕ ਵਾਰੀ ਜ਼ਰੂਰ, ਤੈਨੂੰ ਜੱਫੀ ਪਾ ਕੇ ਮਿਲਣਾ। ਔਰ ਮੇਰੇ ਨਾਲ ਅੱਧਾ ਘੰਟਾ ਮੇਰੇ ਨਾਲ ਜੱਫੀ ਪਾ ਕੇ ਮੈਨੂੰ ਛੱਡਦੇ ਹੀ ਨਹੀਂ। ਔਰ ਉਹ ਮਾਵਾਂ ਧੰਨ ਨੇ, ਉਹ ਪੁੱਤ ਵੀ ਧੰਨ ਆ ਜਿਹੜੀ ਆਪਣੇ ਮਾਵਾਂ ਦੀ ਸੇਵਾ ਕਰਦੇ ਆ, ਮਾਂ ਪਿਓ ਦੀ ਸੇਵਾ ਕਰਦੇ ਆ ਔਰ ਪਿਆਰ ਆ। ਔਰ ਉੱਥੇ ਹੀ ਅਜਿਹੀਆਂ ਕੋਲਾਂ ਜਿਹੜੀਆਂ ਆ ਰਹੀਆਂ ਨੇ ਕਿ ਮੇਰਾ ਪੁੱਤ ਜਿਹੜਾ ਆ ਉਹ ਗੁਰਸਿੱਖ ਆ, ਉਹ ਨਿਤਨੇਮ ਕਰਦਾ ਆ, ਪਰ ਮੇਰੇ ਮੂੰਹ ਤੇ ਚਪੇੜਾਂ ਵੀ ਮਾਰਦਾ ਮੇਰੇ ਨਾਲ ਲੜ ਕੇ, ਜਾਂ ਕਈਆਂ ਦੇ ਪੇਰੈਂਟਸ ਜਿਹੜੇ ਆ ਉਹ ਸੜਕਾਂ ਤੇ ਰੁਲ ਰਹੇ ਆ। ਬਿਲਕੁਲ। ਇੱਕ ਬਜ਼ੁਰਗ ਆ ਭੇਵੇ ਤੋਂ, ਉਹਨਾਂ ਦੀ ਕਾਲ ਆਈ ਕਿਸੇ ਮਾਤਾ ਜੀ ਦੀ ਕਿ ਮੈਂ ਇੰਗਲੈਂਡ ਤੋਂ ਆਈ ਹੋਈ ਆ ਔਰ ਉਹਨਾਂ ਦੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਉਹਨਾਂ ਦਾ ਫਾਦਰ ਸਾਹਿਬ ਆ, ਉਹਨਾਂ ਦੀ ਪੈਲੀ ਜਾਂ ਜ਼ਮੀਨ ਜਾਇਦਾਦ ਜਿਹੜੀ ਉਹ ਆਪਣੇ ਨਾਲ ਲਵਾ ਕੇ ਮਾਤਾ ਨੂੰ, ਪਿਤਾ ਜੀ ਨੂੰ ਮਾਰ ਕੁਟਾਈ ਕਰਕੇ ਤੇ ਬਾਹਰ ਜਿਹੜਾ ਗੁਰਦੁਆਰੇ ਤੇ ਛੱਡ ਦਿੱਤਾ। ਉਹ ਸਾਰੀਆਂ ਸਾਡੇ ਕੋਲ ਲਿਸਟ ਸਾਡੇ ਕੋਲ ਆਈਆਂ ਹੋਈਆਂ। ਔਰ ਇਦਾਂ ਦੀਆਂ ਬਹੁਤ ਸਾਰੀਆਂ ਕੋਲਾਂ ਉਹ ਮਾਵਾਂ ਦੇ, ਮਤਲਬ ਜਿਹੜੀਆਂ ਮਾਵਾਂ ਘਰ 'ਚ ਇਕੱਲੀਆਂ ਰਹਿ ਰਹੀਆਂ, ਡੇਲੀ ਮੈਨੂੰ ਫੋਨ ਮੈਸੇਜ ਕਰਦੇ ਆ ਕਿ ਇੱਕ ਵਾਰੀ ਜਗਜੀਤ ਆਪਾਂ ਜਿਉਂਦੇ ਜੀ ਤੈਨੂੰ ਮਿਲਣਾ ਚਾਹੁੰਦੇ ਆ। ਇਹ ਦੁਖਾਂਤ ਆ ਜਗਜੀਤ ਬਾਈ, ਹੈ ਨਾ ਜੀ। ਲੋਕਾਂ ਦਾ ਦਰਦ ਆ ਜਿਹੜਾ ਤੁਹਾਨੂੰ ਦੇਖ ਕੇ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਤੁਸੀਂ ਮਹਿਸੂਸ ਕੀਤੀਆਂ ਉਹ ਬਹੁਤ ਲੋਕ ਮਹਿਸੂਸ ਕਰਦੇ ਨੇ। ਬਿਲਕੁਲ। ਵੇਖ ਲਓ ਜਿੱਦਣ ਦੇ ਇਹਨਾਂ ਨੂੰ ਛੱਡ ਕੇ ਆਏ ਸਾਂ, ਬਹੁਤ ਦੁੱਖ ਵੇਖੇ ਨੇ, ਬਹੁਤ ਜ਼ਿਆਦਾ। ਮੈਂ ਕਹਿੰਦੀ ਕੋਈ ਅੰਤ ਹੀ ਨਹੀਂ ਹੈਗਾ, ਪਰਮਾਤਮਾ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਕਰੇ ਜਿੰਨੇ ਮੈਂ ਦੁੱਖ ਦੇਖੇ ਨੇ। ਪਰ ਫਿਰ ਵੀ ਕਹਿੰਦੀ ਹਾਂ ਵੀ ਚਲੋ ਪਰਮਾਤਮਾ ਜਿੰਨੇ ਚ ਰੱਖੇ ਉਹਨੇ ਚ ਰਹਿਣਾ ਪੈਂਦਾ। ਇਹ ਮੇਰੇ ਇਹਦੇ ਭੈਣ ਭਰਾ, ਇਹਨਾਂ ਵੀ ਬਹੁਤ ਮੇਰੀ ਦੇਖਭਾਲ ਕੀਤੀ ਹੈ, ਬਹੁਤ ਨਰਕ ਇਹਨਾਂ ਨੇ ਵਿਚਾਰਿਆਂ ਨੇ ਮੇਰਾ ਉਹ ਕੀਤਾ। ਮੰਮੀ ਡੈਡੀ ਯਾਰ ਬਥੇਰਾ ਜਿੰਨੇ ਜੋਗੇ ਗਏ ਨੇ ਸਾਰਿਆਂ ਸਾਥ ਦਿੱਤਾ ਹੈ। ਚਲੋ ਹੁਣ ਤਾਂ ਮੈਨੂੰ ਕੋਈ ਚਿੰਤਾ ਹੀ ਨਹੀਂ ਹੈਗੀ, ਮੇਰੇ 2 ਬੇਟੇ ਮਿਲ ਗਏ ਨੇ ਮੈਨੂੰ। ਉਦਾਸ ਰਹਿੰਦੇ ਸੀ ਫਿਰ ਜਦੋਂ ਤੁਹਾਨੂੰ ਨਹੀਂ ਸੀ? ਹਾਂਜੀ, ਉਦਾਸ ਤੇ ਮੈਂ ਖੁਸ਼ ਹੋਈ ਨਹੀਂ ਸੀ, ਪਰਮਾਤਮਾ ਨੇ ਮੈਨੂੰ ਖੁਸ਼ ਰੱਖਿਆ ਹੀ ਨਹੀਂ ਸੀ। ਦੁੱਖ ਹੀ ਦੁੱਖ ਦੇਖੇ ਨੇ ਬਸ। ਹੁਣ ਪਰਮਾਤਮਾ ਦਾ ਸ਼ੁਕਰਾਨਾ ਕਰਦੇ? ਹਾਂਜੀ ਹਾਂਜੀ, ਹੁਣ ਤੇ ਸੱਚੇ ਪਾਤਸ਼ਾਹ ਨੇ ਸੁਣ ਲਈਏ, ਪਰਮਾਤਮਾ ਮੈਨੂੰ ਜ਼ਿੰਦਗੀ ਲਾਏ ਸਭ ਦੇ ਬੱਚਿਆਂ ਦੀ। ਬਹੁਤ ਸ਼ੁਕਰੀਆ। ਹਾਂਜੀ ਠੀਕ। ਬਹੁਤ ਸੋਨੂੰ ਬਾਈ ਧੰਨਵਾਦ। ਬਹੁਤ ਧੰਨਵਾਦ। ਆਪਦੀ ਜ਼ਿੰਦਗੀ ਦੇ ਉਹ ਪੱਖ ਜਿਹੜੇ ਮਾਵਾਂ ਆਪਦੇ ਪੁੱਤਾਂ ਨੂੰ ਲੁੱਝਦੀਆਂ ਨੇ, ਜਾਂ ਤੁਸੀਂ ਆਪਦੀ ਮਾਂ ਨੂੰ ਲੁੱਝਿਆ 35 ਸਾਲ, ਇੱਕ ਦਿਨ ਔਖਾ ਹੋ ਜਾਂਦਾ ਜੀ। ਹਾਂਜੀ ਹਾਂਜੀ। ਤੇ ਉਹ ਦਿਨ ਕਿਵੇਂ ਬਤੀਤ ਹੋਏ, ਹਨਾ? ਬਿਲਕੁਲ ਜੀ। ਮੇਰੀ ਮਾਂ ਮਿਲਣ ਤੋਂ ਬਾਅਦ ਤਕਰੀਬਨ ਬੜੇ ਗੁਰੂ ਘਰ ਦੇ ਨਾਮਵਰ ਰਾਗੀ ਕੀਰਤਨੀਏ ਜਿਹੜੇ ਬੜੇ ਵਧੀਆ, ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ, ਉਹ ਕੀਰਤਨ ਕਰਦੇ ਨੇ। ਬੜੀਆਂ ਉਹਨਾਂ ਦੇ ਨਾਲ ਜ਼ਿੰਦਗੀ 'ਚ ਘਟਨਾਵਾਂ ਵਾਪਰੀਆਂ, ਪਰ ਸ਼ਾਇਦ ਇਹ ਪਹਿਲੀ ਵਾਰੀ ਵਾਪਰੀ ਹੋਵੇਗੀ ਘਟਨਾ ਕਿ ਮੈਂ ਜਿੱਦਣ ਆਪਣੀ ਮਾਂ ਨੂੰ ਮਿਲਿਆ, ਮਾਂ ਨੂੰ ਮਿਲਣ ਤੋਂ ਬਾਅਦ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਜਦੋਂ ਮੈਂ ਕੀਰਤਨ ਕਰਨ ਜਾ ਰਿਹਾ ਸੀ, ਤਾਂ ਉਹ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੈਂ ਕੀਰਤਨ ਜਿਹੜਾ ਇੱਕ ਬਾਬਾ ਦੀਪ ਸਿੰਘ ਜੀ ਦੀ ਗੋਦੀ 'ਚ ਬਹਿ ਕੇ ਔਰ ਆਪਣੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਬਹਿ ਕੇ ਜਿਹੜਾ ਕੀਰਤਨ ਕੀਤਾ, ਉਹ ਮੈਂ ਜ਼ਿੰਦਗੀ 'ਚ ਕਦੀ ਨਹੀਂ ਭੁੱਲ ਸਕਦਾ। ਇਹ ਗੁਰੂ ਸਾਹਿਬ ਇਹੋ ਜਿਹਾ ਮੌਕਾ, ਮਾਂ ਨੂੰ ਪਿਆਰ ਕਰਨ ਦਾ, ਮਾਂ ਦੀ ਇੱਜ਼ਤ ਕਰਨ ਦਾ ਅਤੇ ਮਾਂ ਪਿਓ ਨੂੰ ਸਾਂਭਣ ਦਾ ਮੌਕਾ ਸਾਰਿਆਂ ਨੂੰ ਦੇਵੇ। ਸਾਰਿਆਂ ਨੂੰ ਗੁਰੂ ਸਾਹਿਬ ਬਲ ਬਖਸ਼ਿਸ਼ ਕਰਨ, ਸਾਰੇ ਆਪਣੇ ਮਾਂ ਪਿਓ ਦੀ ਸੇਵਾ ਕਰਨ। ਤੇ ਕਿਉਂਕਿ ਮਾਂ ਜਿਹੜੀ ਆ, ਮਾਂ ਦਾ ਰਿਸ਼ਤਾ ਇਹੋ ਜਿਹਾ ਹੈ ਕਿ ਇਹਦੇ 'ਚ ਕੋਈ ਲਾਲਚ ਨਹੀਂ ਹੈ। ਬਿਲਕੁਲ। ਲਾਲਚ ਦੀ ਗੁੰਜਾਇਸ਼ ਕਿਤੇ ਨਹੀਂ ਆ। ਬਾਕੀ ਸਾਰੇ ਰਿਸ਼ਤੇ ਕਿਤੇ ਨਾ ਕਿਤੇ ਕਿਸੇ ਲਾਲਚ ਤੇ ਟਿਕੇ ਆ, ਪਰ ਇੱਕ ਮਾਂ ਦਾ ਆਪਣੀ ਔਲਾਦ ਦੇ ਪ੍ਰਤੀ ਜਿਹੜਾ ਰਿਸ਼ਤਾ ਆ ਉਹ ਬਿਨਾਂ ਲਾਲਚ ਤੋਂ ਆ। ਉਹਨੂੰ ਲਾਲਚ ਕਿਸੇ ਗੱਲ ਦਾ ਨਹੀਂ। ਉਹ ਸਿਰਫ ਤੇ ਸਿਰਫ ਤੁਹਾਡੇ ਮਾਂ ਪਿਓ ਜਿਹੜੇ ਆ, ਉਹ ਸਿਰਫ ਤੁਹਾਡੇ ਤੋਂ ਤੁਹਾਡੀ ਬਣਦੀ ਇੱਜ਼ਤ ਮੰਗਦੇ ਆ। ਉਹਨਾਂ ਨੂੰ ਸਿਰਫ ਇੱਜ਼ਤ ਚਾਹੀਦੀ ਆ, ਹੋਰ ਤੁਹਾਡੇ ਨਾਲ ਕਿਸੇ ਚੀਜ਼ਾਂ ਨਾਲ ਉਹਨਾਂ ਨੂੰ ਕੋਈ ਲਾਲਚ ਨਹੀਂ। ਬਿਲਕੁਲ। ਸੋ ਇਹੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹਾਂਗਾ ਕਿ ਆਪਣੇ ਮਾਂ ਪਿਓ ਸਾਂਭੋ। ਬਾਹਰ ਤੀਰਥਾਂ ਤੇ ਬਾਹਰ ਲੰਗਰ ਲਾਉਣੇ ਸਾਰੇ ਵਿਅਰਥ ਆ ਜੇ ਸਾਡੇ ਮਾਂ ਪਿਓ ਅੰਦਰ ਘਰ ਦੇ ਵਿੱਚ ਦੁਖੀ ਬੈਠੇ ਆ ਕਿਸੇ ਗੱਲ। ਜ਼ਿਆਦਾ ਤੇ ਖੁਸ਼ੀ ਆਪਾਂ ਨੂੰ ਇਹੀ ਹੋਈ ਹੈ ਜਿਹੜਾ ਆਪਣਾ ਬੱਚਾ ਸਹੀ ਲੈਣ ਤੇ ਆ। ਹਾਂ, ਵੱਡੀ ਗੱਲ ਇਹ ਹੈ ਨਾ ਵੀ ਜਦੋਂ ਤੁਸੀਂ 35 ਸਾਲ ਬਾਅਦ ਸੋਨੂੰ ਨੂੰ ਵੇਖਿਆ ਤੇ ਸੋਨੂੰ ਸਿੱਖੀ ਸਰੂਪ ਚ। ਹਾਂਜੀ, ਜੇ ਇਦਾਂ ਮੇਰੇ ਵਾਂਗੂ ਦੁਖੀ ਹੁੰਦੀ, ਮੈਂ ਹੋਰ ਵੇਖ ਕੇ ਦੁਖੀ ਹੋਣਾ ਸੀ। ਮਹਾਰਾਜ ਦੀ ਕਿਰਪਾ, ਚਲੋ ਪਰਮਾਤਮਾ ਇਹਨਾਂ ਨੂੰ ਤਰੱਕੀ ਦੇ, ਠੀਕ ਠਾਕ ਰੱਖੇ। ਬਹੁਤ ਧੰਨਵਾਦ ਜੀ ਦੋਵਾਂ ਦਾ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।